ਰੋਹੋਂਡਾ ਬਾਇਰਨ ਦੇ ਰਹੱਸ ਦਾ ਦੂਸਰਾ ਲੇਖ ਹੈ ਰਹੱਸ ਦਾ ਸੌਖਾਕਰਨ। ਮਾਈਕਲ ਬਰਨਾਰਡ ਬੇਕਵੇਥ ਅਨੁਸਾਰ ਅਸੀਂ ਜਿਸ ਬ੍ਰਹਿਮੰਡ 'ਚ ਰਹਿੰਦੇ ਹਾਂ ਉਸ ਵਿੱਚ ਗੁਰਤਾ ਵਰਗੇ ਅਟੁੱਟ ਨਿਯਮ ਕੰਮ ਕਰਦੇ ਹਨ। ਜੇਕਰ ਤੁਸੀਂ ਕਿਸੇ ਇਮਾਰਤ ਤੋਂ ਹੇਠਾਂ ਡਿੱਗਦੇ ਹੋ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਚੰਗੇ ਇਨਸਾਨ ਹੋ ਜਾਂ ਮਾੜੇ, ਤੁਸੀਂ ਜ਼ਮੀਨ ਨਾਲ ਜ਼ਰੂਰ ਟੱਕਰੋਗੇ। ਆਕਰਸ਼ਣ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਇਹ ਗੁਰਤਾ ਦੇ ਨਿਯਮ ਜਿੰਨਾ ਹੀ ਨਿਰਪੱਖ ਤੇ ਸਰਵਵਿਆਪੀ ਹੈ। ਇਹ ਨਿਸ਼ਚਿਤ ਤੇ ਅਚੂਕ ਹੈ। ਡਾਕਟਰ ਜੋ ਵਿਟਾਲ ਅਨੁਸਾਰ ਇਸ ਵੇਲੇ ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਹਨ ਉਹਨਾਂ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਹਨਾਂ 'ਚ ਉਹ ਚੀਜ਼ਾਂ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਤੁਸੀਂ ਪਰੇਸ਼ਾਨ ਜਾਂ ਦੁਖੀ ਹੋ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਇਹ ਗੱਲ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਹੋਏਗੀ। ਤੁਸੀਂ ਫੌਰਨ ਕਹਿ ਸਕਦੇ ਹੋ, ਮੈਂ ਉਸ ਕਾਰ ਐਕਸੀਡੈਂਟ ਨੂੰ ਆਕਰਸ਼ਿਤ ਨਹੀਂ ਸੀ ਕੀਤਾ, ਮੈਂ ਉਸ ਗਾਹਕ ਨੂੰ ਆਕਰਸ਼ਿਤ ਨਹੀਂ ਕੀਤਾ ਜਿਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ, ਮੈਂ ਕਰਜ਼ੇ ਦੇ ਪਹਾੜ ਨੂੰ ਆਕਰਸ਼ਿਤ ਨਹੀਂ ਕੀਤਾ। ਮੈਂ ਇੱਥੇ ਤੁਹਾਡੀ ਗੱਲ ਨੂੰ ਕੱਟਣੀ ਚਾਹਾਂਗਾ। ਹਾਂ, ਤੁਸੀਂ ਉਹਨਾਂ ਚੀਜ਼ਾਂ ਨੂੰ ਆਕਰਸ਼ਿਤ ਕੀਤਾ ਸੀ। ਇਸ ਸਿਧਾਂਤ ਨੂੰ ਸਮਝਣਾ ਬੜਾ ਮੁਸ਼ਕਿਲ ਹੈ, ਲੇਕਿਨ ਇੱਕ ਵਾਰੀ ਜਦੋਂ ਤੁਸੀਂ ਇਹਨੂੰ ਸਵੀਕਾਰ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ। ਆਮ ਕਰਕੇ ਜਦੋਂ ਲੋਕ ਰਹੱਸ ਦੇ ਇਸ ਹਿੱਸੇ ਨੂੰ ਪਹਿਲੀ ਵਾਰ ਸੁਣਦੇ ਹੈ ਤਾਂ ਉਹਨਾਂ ਨੂੰ ਇਤਿਹਾਸ ਦੀਆਂ ਇਹੋ ਜਿਹੀਆਂ ਘਟਨਾਵਾਂ ਯਾਦ ਆ ਜਾਂਦੀਆਂ ਜਿਨ੍ਹਾਂ 'ਚ ਬਹੁਤ ਸਾਰੇ ਲੋਕ ਇੱਕੋ ਵੇਲੇ ਮਰੇ ਸਨ। ਉਹਨਾਂ ਨੂੰ ਇਹ ਸਮਝਣ 'ਚ ਮੁਸ਼ਕਿਲ ਹੁੰਦੀ ਹੈ ਕਿ ਇੰਨੇ ਸਾਰੇ ਲੋਕ ਆਪਣੇ ਆਪ ਉਸ ਖਾਸ ਘਟਨਾ ਪ੍ਰਤੀ ਕਿਵੇਂ ਆਕਰਸ਼ਿਤ ਕਰ ਸਕਦੇ ਸਨ। ਲੇਕਿਨ ਆਕਰਸ਼ਣ ਦੇ ਨਿਯਮ ਮੁਤਾਬਿਕ ਉਹ ਯਕੀਨਨ ਘਟਨਾ ਦੀ ਫ੍ਰੀਕੁਐਂਸੀ ਤੇ ਹੀ ਰਹੇ ਹੋਣਗੇ। ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਨੇ ਉਸ ਨਿਸ਼ਚਿਤ ਦੁਰਘਟਨਾ ਬਾਰੇ ਸੋਚਿਆ ਹੋਏਗਾ, ਲੇਕਿਨ ਉਹਨਾਂ ਦੇ ਵਿਚਾਰਾਂ ਦੀ ਫ੍ਰੀਕੁਐਂਸੀ ਉਸ ਘਟਨਾ ਦੀ ਫ੍ਰੀਕੁਐਂਸੀ ਨਾਲ ਮੇਲ ਖਾਂਦੀ ਹੋਏਗੀ। ਜੇ ਲੋਕਾਂ ਨੂੰ ਇਹ ਯਕੀਨ ਹੋਏ ਕਿ ਉਹ ਗਲਤ ਸਮੇਂ ਤੇ ਗਲਤ ਥਾਂ ਹੋ ਸਕਦੇ ਸਨ, ਇਹਨਾਂ ਦਾ ਬਾਹਰਲੀ ਪ੍ਰਸਥਿਤੀਆਂ ਜਾਂ ਹਾਲਾਤਾਂ ਤੇ ਕੋਈ ਕਾਬੂ ਨਹੀਂ ਹੈ, ਤਾਂ ਡਰ, ਵੱਖਰਾਪਨ, ਕਮਜ਼ੋਰੀ ਤੇ ਨਿਰੰਤਰ ਵਿਚਾਰ ਉਹਨਾਂ ਨੂੰ ਗਲਤ ਸਮੇਂ ਤੇ ਗਲਤ ਥਾਂ ਰਹਿਣ ਲਈ ਆਕਰਸ਼ਿਤ ਕਰ ਸਕਦੇ ਹਨ। ਤੁਸੀਂ ਇਸ ਵੇਲੇ ਵਿਕਲਪ ਚੁਣ ਸਕਦੇ ਹੋ ਕਿ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਇਹ ਤਾਂ ਸਿਰਫ ਕਿਸਮਤ ਦੀ ਗੱਲ ਹੈ ਤੇ ਤੁਹਾਡੇ ਨਾਲ ਮਾੜੀਆਂ ਘਟਨਾਵਾਂ ਕਿਸੇ ਵੇਲੇ ਵੀ ਹੋ ਸਕਦੀਆਂ। ਕੀ ਤੁਸੀਂ ਇਹ ਯਕੀਨ ਕਰਨਾ ਚਾਹੁੰਦੇ ਹੋ ਕਿ ਤੁਸੀਂ ਗਲਤ ਸਮੇਂ ਤੇ ਗਲਤ ਜਗ੍ਹਾ ਤੇ ਹੋ ਸਕਦੇ ਹੋ, ਕਿ ਤੁਹਾਡਾ ਹਾਲਾਤਾਂ ਉੱਤੇ ਕੋਈ ਕੰਟਰੋਲ ਨਹੀਂ ਹੈ? ਜੇ ਤੁਸੀਂ ਇਹ ਯਕੀਨ ਕਰਨਾ ਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਤਕਦੀਰ ਤੁਹਾਡੇ ਹੱਥਾਂ ਵਿੱਚ ਹੈ ਤੇ ਤੁਹਾਡੀ ਜ਼ਿੰਦਗੀ 'ਚ ਸਿਰਫ ਚੰਗੀਆਂ ਚੀਜ਼ਾਂ ਹੀ ਆ ਸਕਦੀਆਂ ਹਨ ਕਿਉਂਕਿ ਤੁਸੀਂ ਉਹਨਾਂ ਬਾਰੇ ਸੋਚਦੇ ਹੋ, ਤੁਹਾਡੇ ਕੋਲ ਵਿਕਲਪ ਮੌਜੂਦ ਹਨ ਤੇ ਤੁਸੀਂ ਜੋ ਸੋਚਣ ਦੀ ਚੋਣ ਕਰੋਗੇ ਉਹੀ ਤੁਹਾਡੇ ਜੀਵਨ ਦਾ ਅਨੁਭਵ ਬਣ ਜਾਏਗਾ। ਕੋਈ ਵੀ ਚੀਜ਼ ਤੁਹਾਡੇ ਕੋਲ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਤੁਸੀਂ ਲਗਾਤਾਰ ਸੋਚ ਕੇ ਉਹਨੂੰ ਆਪਣੇ ਕੋਲ ਨਾ ਬੁਲਾਓ। ਬੌਬ ਡਾਇਲ ਅਨੁਸਾਰ ਸਾਡੇ 'ਚੋਂ ਜ਼ਿਆਦਾਤਰ ਲੋਕ ਬਿਨਾਂ ਸੋਚੇ ਸਮਝੇ ਘਟਨਾਵਾਂ ਨੂੰ ਆਕਰਸ਼ਿਤ ਕਰਦੇ ਹਨ। ਅਸੀਂ ਸੋਚਦੇ ਹਾਂ ਸਾਡਾ ਇਸ 'ਤੇ ਕੋਈ ਕੰਟਰੋਲ ਨਹੀਂ ਹੈ। ਸਾਡੇ ਵਿਚਾਰ ਤੇ ਭਾਵਨਾਵਾਂ ਸਾਡੀ ਜਾਣਕਾਰੀ ਦੇ ਬਿਨਾਂ ਸਾਨੂੰ ਰਾਹ ਦਿਖਾਉਂਦੇ ਹਨ ਤੇ ਹਰ ਚੀਜ਼ ਸਾਡੇ ਵੱਲ ਖਿੱਚੀ ਚਲੀ ਆਉਂਦੀ ਹੈ। ਕੋਈ ਵੀ ਜਾਣਬੁੱਝ ਕੇ ਕਦੇ ਕਿਸੇ ਅਣਚਾਹੀ ਚੀਜ਼ ਨੂੰ ਆਕਰਸ਼ਿਤ ਨਹੀਂ ਕਰੇਗਾ। ਰਹੱਸ ਜਾਣਨ ਤੋਂ ਬਾਅਦ ਤੁਸੀਂ ਇਹ ਆਸਾਨੀ ਨਾਲ ਸਮਝ ਸਕਦੇ ਹੋ ਕਿ ਤੁਹਾਡੇ ਜਾਂ ਦੂਜੇ ਲੋਕਾਂ ਦੇ ਜੀਵਨ 'ਚ ਕੁਝ ਅਣਚਾਹੀ ਚੀਜ਼ਾਂ ਹੋਣਗੀਆਂ, ਸਿਰਫ ਇਸ ਲਈ ਕਿਉਂਕਿ ਤੁਸੀਂ ਆਪਣੇ ਵਿਚਾਰਾਂ ਦੀ ਮਹਾਨ ਰਚਨਾਤਮਕ ਸ਼ਕਤੀ ਤੋਂ ਅਣਜਾਣ ਸੀ। ਡਾਕਟਰ ਜੋ ਵਿਟਾਲ। ਜੇਕਰ ਤੁਸੀਂ ਇਹ ਪਹਿਲੀ ਵਾਰ ਸੁਣ ਰਹੇ ਹੋ ਤਾਂ ਤੁਹਾਨੂੰ ਇੰਝ ਲੱਗ ਸਕਦਾ ਹੈ, ਠੀਕ ਹੈ, ਤਾਂ ਇਹਦਾ ਮਤਲਬ ਹੈ ਕਿ ਮੈਨੂੰ ਆਪਣੇ ਵਿਚਾਰਾਂ ਦੀ ਨਿਗਰਾਨੀ ਕਰਨੀ ਹੋਏਗੀ। ਇਹ ਤਾਂ ਬੜਾ ਮੁਸ਼ਕਿਲ ਕੰਮ ਹੈ। ਇੰਝ ਪਹਿਲੀ ਵਾਰ ਲੱਗ ਸਕਦਾ, ਲੇਕਿਨ ਇੱਥੋਂ ਹੀ ਮਜ਼ਾ ਸ਼ੁਰੂ ਹੁੰਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਰਹੱਸ ਦੇ ਕਈ ਸ਼ਾਰਟਕਟ ਹਨ ਤੇ ਤੁਸੀਂ ਇਹੋ ਜਿਹੇ ਸ਼ਾਰਟਕਟ ਨੂੰ ਚੁਣ ਸਕਦੇ ਹੋ ਜਿਹੜਾ ਤੁਹਾਡੇ ਲਈ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਪੜ੍ਹਦੇ ਰਹੋ, ਤੁਹਾਨੂੰ ਇਹਦਾ ਤਰੀਕਾ ਸਮਝ ਆ ਜਾਏਗਾ। ਮਾਰਸੀ ਸ਼ਿਮਾਫ ਅਨੁਸਾਰ, ਜੋ ਲੇਖਕ, ਅੰਤਰਰਾਸ਼ਟਰੀ ਵਕਤਾ ਤੇ ਟਰਾਂਸਫਾਰਮੇਸ਼ਨਲ ਲੀਡਰ ਹੈ, ਦਿਮਾਗ 'ਚ ਆਉਣ ਵਾਲੇ ਹਰੇਕ ਵਿਚਾਰ ਦੀ ਨਿਗਰਾਨੀ ਕਰਨੀ ਅਸੰਭਵ ਹੈ। ਰਿਸਰਚ ਕਰਨ ਵਾਲੇ ਦੱਸਦੇ ਹਨ ਕਿ ਸਾਡੇ ਦਿਮਾਗ 'ਚ ਹਰ ਦਿਨ 60,000 ਵਿਚਾਰ ਆਉਂਦੇ ਹਨ। ਜੇਕਰ ਦਿਮਾਗ 'ਚ ਆਉਣ ਵਾਲੇ ਸਾਰੇ 60,000 ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸੋਚੋ ਕਿ ਤੁਸੀਂ ਕਿੰਨਾ ਥੱਕ ਜਾਓਗੇ। ਖੁਸ਼ਕਿਸਮਤੀ ਨਾਲ ਇੱਕ ਜ਼ਿਆਦਾ ਸੌਖਾ ਤਰੀਕਾ ਹੈ ਭਾਵਨਾਵਾਂ। ਸਾਡੀਆਂ ਭਾਵਨਾਵਾਂ ਸਾਨੂੰ ਦੱਸ ਦਿੰਦੀਆਂ ਕਿ ਅਸੀਂ ਕੀ ਸੋਚ ਰਹੇ ਹਾਂ। ਭਾਵਨਾਵਾਂ ਬਹੁਤ ਮਹੱਤਵਪੂਰਨ ਹੁੰਦੀਆਂ।
ਤੁਹਾਡੀਆਂ ਭਾਵਨਾਵਾਂ ਤੁਹਾਡੇ ਜੀਵਨ ਦੇ ਨਿਰਮਾਣ 'ਚ ਤੁਹਾਡੀ ਮਦਦ ਕਰ ਸਕਦੀਆਂ ਹਨ। ਇਸ ਟੀਚੇ ਨੂੰ ਪਾਉਣ ਲਈ ਉਹਨਾਂ ਤੋਂ ਹੋਰ ਵਧੀਆ ਸਾਧਨ ਦੂਜਾ ਨਹੀਂ ਹੈ। ਤੁਹਾਡੇ ਵਿਚਾਰ ਹਰ ਘਟਨਾ ਦਾ ਮੁੱਢਲਾ ਕਾਰਨ ਹੈ। ਇਸ ਦੁਨੀਆ ਦੀ ਦਿਖਣ ਤੋਂ ਅਨੁਭਵ ਕੀਤੀ ਜਾਣ ਵਾਲੀ ਹਰ ਚੀਜ਼ ਨਤੀਜਾ ਹੈ। ਇਸ 'ਚ ਤੁਹਾਡੀਆਂ ਭਾਵਨਾਵਾਂ ਸ਼ਾਮਲ ਹਨ। ਕਾਰਨ ਹਮੇਸ਼ਾ ਤੁਹਾਡੇ ਵਿਚਾਰ ਹਨ। ਬੌਬ ਡਾਇਲ ਅਨੁਸਾਰ ਭਾਵਨਾਵਾਂ ਅਵਿਸ਼ਵਨੀ ਤੋਹਫੇ ਹਨ। ਉਹ ਤੁਹਾਨੂੰ ਦੱਸ ਦਿੰਦੀਆਂ ਕਿ ਅਸੀਂ ਕੀ ਸੋਚ ਰਹੇ ਹਾਂ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦਿੰਦੀਆਂ ਕਿ ਤੁਸੀਂ ਕੀ ਸੋਚ ਰਹੇ ਹੋ। ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਹਾਡੀਆਂ ਭਾਵਨਾਵਾਂ ਅਚਨਚੇਤ ਗੋਤੇ ਖਾਣ ਲੱਗੀਆਂ। ਇੰਜ ਸ਼ਾਇਦ ਉਦੋਂ ਹੋਇਆ ਹੋਵੇਗਾ ਜਦੋਂ ਤੁਸੀਂ ਕੋਈ ਬੁਰੀ ਖਬਰ ਸੁਣੀ ਸੀ। ਤੁਹਾਡੇ ਢਿੱਡ ਜਾਂ ਸੋਲਰ ਪਲੈਕਸਸ 'ਚ ਅਚਨਚੇਤ ਬੁਰਾ ਅਹਿਸਾਸ ਹੋਇਆ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਇਸ਼ਾਰਾ ਭੇਜ ਦਿੰਦੀਆਂ ਕਿ ਤੁਸੀਂ ਕੀ ਸੋਚ ਰਹੇ ਹੋ। ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਇਸ 'ਤੇ ਗੌਰ ਕਰਨਾ ਸਿੱਖੋ। ਇਸ਼ਾਰਿਆਂ ਨੂੰ ਪੜ੍ਹਨਾ ਸਿੱਖੋ, ਕਿਉਂਕਿ ਇਸੇ ਤਰੀਕੇ ਨਾਲ ਤੁਸੀਂ ਸਭ ਤੋਂ ਛੇਤੀ ਜਾਣ ਸਕਦੇ ਹੋ ਕਿ ਤੁਸੀਂ ਕੀ ਸੋਚ ਰਹੇ ਹੋ। ਲੀਸਾ ਨਿਕੋਲਸ ਅਨੁਸਾਰ ਤੁਹਾਡੇ ਕੋਲ 2 ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ, ਚੰਗੀਆਂ ਭਾਵਨਾਵਾਂ ਤੇ ਮਾੜੀਆਂ ਭਾਵਨਾਵਾਂ। ਤੁਸੀਂ ਦੋਨਾਂ ਦੇ ਫਰਕ ਨੂੰ ਜਾਣਦੇ ਹੋ, ਕਿਉਂਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ ਤੇ ਦੂਜੀ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਮਾੜਾ ਮਹਿਸੂਸ ਹੁੰਦਾ ਹੈ। ਡਿਪਰੈਸ਼ਨ, ਗੁੱਸਾ, ਈਰਖਾ, ਅਪਰਾਧ ਬੋਧ, ਇਹੋ ਜਿਹੀਆਂ ਭਾਵਨਾਵਾਂ ਜਿਹੜੀਆਂ ਤੁਹਾਨੂੰ ਸਸ਼ਕਤ ਮਹਿਸੂਸ ਨਹੀਂ ਕਰਾਉਂਦੀਆਂ, ਉਹ ਮਾੜੀਆਂ ਭਾਵਨਾਵਾਂ ਹਨ। ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਜਾਂ ਮਾੜਾ। ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਕਿਸੇ ਵੇਲੇ ਕਿੰਜ ਮਹਿਸੂਸ ਕਰ ਰਹੇ ਹੋ। ਜੇ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤਾਂ ਬਸ ਆਪਣੇ ਆਪ ਨੂੰ ਪੁੱਛ ਲਓ, ਮੈਂ ਕਿੰਜ ਮਹਿਸੂਸ ਕਰ ਰਿਹਾ। ਤੁਸੀਂ ਦਿਨ 'ਚ ਕਈ ਵਾਰ ਇਹ ਸਵਾਲ ਪੁੱਛ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਇਸ ਬਾਰੇ ਜ਼ਿਆਦਾ ਜਾਗਰੂਕ ਹੋਗੇ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ। ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਮਾੜਾ ਮਹਿਸੂਸ ਕਰਨ ਵੇਲੇ ਦਿਮਾਗ 'ਚ ਚੰਗੇ ਵਿਚਾਰ ਰੱਖਣੇ ਅਸੰਭਵ ਹੁੰਦੇ ਹਨ। ਇਹ ਗੱਲ ਤਾਂ ਨਿਯਮ ਦੇ ਖਿਲਾਫ ਹੋਏਗੀ, ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡੀਆਂ ਭਾਵਨਾਵਾਂ ਨੂੰ ਪੈਦਾ ਕਰਦੇ ਹਨ। ਜੇਕਰ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਇਸ ਲਈ ਹੈ ਕਿਉਂਕਿ ਤੁਸੀਂ ਇਹੋ ਜਿਹੇ ਵਿਚਾਰ ਸੋਚ ਰਹੇ ਹੋ ਜਿਹੜੇ ਤੁਹਾਨੂੰ ਬੁਰਾ ਮਹਿਸੂਸ ਕਰਾ ਰਹੇ ਹਨ। ਤੁਹਾਡੇ ਵਿਚਾਰ ਤੁਹਾਡੀ ਫ੍ਰੀਕੁਐਂਸੀ ਤੈਅ ਕਰਦੇ ਆ ਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਤੁਰੰਤ ਦੱਸ ਦਿੰਦੀਆਂ ਕਿ ਤੁਸੀਂ ਕਿਸ ਫ੍ਰੀਕੁਐਂਸੀ ਤੇ ਹੋ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਨ ਦੀ ਫ੍ਰੀਕੁਐਂਸੀ ਤੇ ਹੋ। ਆਕਰਸ਼ਣ ਦਾ ਨਿਯਮ ਹਮੇਸ਼ਾ ਪ੍ਰਤੀਕਿਰਿਆ ਕਰੇਗਾ ਤੇ ਮਾੜੀਆਂ ਚੀਜ਼ਾਂ ਦੀਆਂ ਜ਼ਿਆਦਾ ਤਸਵੀਰਾਂ ਤੁਹਾਡੇ ਜੀਵਨ 'ਚ ਲਿਆਏਗਾ, ਜਿਸ ਨਾਲ ਤੁਸੀਂ ਮਾੜਾ ਮਹਿਸੂਸ ਕਰੋਗੇ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤੇ ਆਪਣੇ ਵਿਚਾਰਾਂ ਨੂੰ ਬਦਲਣ ਜਾਂ ਬਿਹਤਰ ਮਹਿਸੂਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਤਾਂ ਤੁਸੀਂ ਦਰਅਸਲ ਕਹਿ ਰਹੇ ਹੋ, ਮੇਰੇ ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਪ੍ਰਸਥਿਤੀਆਂ ਲਿਆਓ ਜਿਨ੍ਹਾਂ ਨਾਲ ਮੈਨੂੰ ਮਾੜਾ ਮਹਿਸੂਸ ਹੋਵੇ, ਉਹਨਾਂ ਨੂੰ ਲਿਆਓ। ਲੀਸ਼ਾ ਨਿਕੋਲਸ ਅਨੁਸਾਰ ਇਹਦਾ ਦੂਜਾ ਪਹਿਲੂ ਇਹ ਹੈ ਕਿ ਤੁਹਾਡੇ ਕੋਲ ਚੰਗੇ ਭਾਵ ਤੇ ਭਾਵਨਾਵਾਂ ਵੀ ਹਨ। ਤੁਹਾਨੂੰ ਇਹਨਾਂ ਦੇ ਆਉਣ ਦਾ ਪਤਾ ਚੱਲ ਜਾਂਦਾ ਹੈ ਕਿਉਂਕਿ ਇਹਨਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਉਤਸ਼ਾਹ, ਖੁਸ਼ੀ, ਸ਼ੁਕਰਗੁਜ਼ਾਰੀ, ਪ੍ਰੇਮ। ਕਾਸ਼ ਅਸੀਂ ਹਰ ਦਿਨ ਇਹੀ ਮਹਿਸੂਸ ਕਰ ਸਕੀਏ। ਜਦੋਂ ਤੁਸੀਂ ਚੰਗੀਆਂ ਭਾਵਨਾਵਾਂ ਦਾ ਜਸ਼ਨ ਮਨਾਉਂਦੇ ਹੋ ਤਾਂ ਤੁਸੀਂ ਆਪਣੇ ਵੱਲ ਹੋਰ ਜ਼ਿਆਦਾ ਚੰਗੀਆਂ ਭਾਵਨਾਵਾਂ ਤੇ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਬੌਬ ਡਾਇਲ ਅਨੁਸਾਰ ਇਹ ਸੱਚੀ ਬਹੁਤ ਸੌਖਾ ਹੈ। ਮੈਂ ਇਸ ਵਕਤ ਆਪਣੇ ਵੱਲ ਕਿਸ ਨੂੰ ਆਕਰਸ਼ਿਤ ਕਰ ਰਿਹਾ? ਹੁਣ ਦੱਸੋ, ਤੁਸੀਂ ਕਿੰਜ ਮਹਿਸੂਸ ਕਰਦੇ ਹੋ? ਮੈਂ ਚੰਗਾ ਮਹਿਸੂਸ ਕਰਦਾ। ਬੜੀ ਵਧੀਆ ਗੱਲ ਹੈ। ਇੰਜ ਹੀ ਮਹਿਸੂਸ ਕਰਦੇ ਰਹੋ। ਚੰਗਾ ਮਹਿਸੂਸ ਕਰਨ ਵੇਲੇ ਨਕਾਰਾਤਮਕ ਵਿਚਾਰ ਸੋਚਣੇ ਅਸੰਭਵ ਹਨ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਇੰਜ ਇਸ ਲਈ ਹੈ ਕਿਉਂਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਦੇਖੋ, ਤੁਸੀਂ ਜੀਵਨ 'ਚ ਜੋ ਚਾਹੋ ਉਹ ਪਾ ਸਕਦੇ ਹੋ। ਇਹਦੀ ਕੋਈ ਹੱਦ ਨਹੀਂ ਹੈ, ਸਿਰਫ ਇੱਕ ਪੇਚ ਹੈ। ਤੁਹਾਨੂੰ ਚੰਗਾ ਮਹਿਸੂਸ ਕਰਨਾ ਹੋਏਗਾ। ਜ਼ਰਾ ਸੋਚੋ, ਦਰਅਸਲ ਤੁਸੀਂ ਇਹੀ ਤਾਂ ਚਾਹੁੰਦੇ ਹੋ। ਨਿਯਮ ਸੱਚਮੁੱਚ ਆਦਰਸ਼ ਹੈ। ਮਾਰਸੀ ਸ਼ਿਮਾਫ ਅਨੁਸਾਰ ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹੋ ਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਜਿਹੜਾ ਤੁਹਾਡੀਆਂ ਇੱਛਾਵਾਂ ਦੇ ਅਨੁਰੂਪ ਹੈ। ਜੇ ਤੁਸੀਂ ਮਾੜਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਹੋ ਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹੋ ਜਿਹੜੀਆਂ ਤੁਹਾਡੀਆਂ ਆਸ਼ਾਵਾਂ ਦੇ ਵਿਪਰੀਤ ਹੈ। ਆਕਰਸ਼ਣ ਦਾ ਨਿਯਮ ਹਰ ਦਿਨ ਹਰ ਪਲ ਕੰਮ ਕਰ ਰਿਹਾ ਹੈ। ਅਸੀਂ ਜੋ ਕੁਝ ਵੀ ਸੋਚਦੇ ਹਾਂ, ਮਹਿਸੂਸ ਕਰਦੇ ਹਾਂ, ਉਹ ਸਾਡੇ ਭਵਿੱਖ ਦਾ ਨਿਰਮਾਣ ਕਰਦਾ ਹੈ।
ਜੇ ਤੁਸੀਂ ਫਿਕਰਮੰਦ ਜਾਂ ਡਰੇ ਹੋਏ ਹੋ ਤਾਂ ਤੁਸੀਂ ਆਪਣੇ ਜੀਵਨ 'ਚ ਇਹੋ ਜਿਹੀਆਂ ਘਟਨਾਵਾਂ ਨੂੰ ਸੱਦਾ ਦੇ ਰਹੇ ਹੋ ਜਿਹੜੀਆਂ ਤੁਹਾਨੂੰ ਚਿੰਤਤ ਕਰਨ ਜਾਂ ਡਰਾਉਣ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ, ਤੁਸੀਂ ਸਹੀ ਰਾਹ ਤੇ ਹੋ ਤੇ ਸਸ਼ਕਤ ਫ੍ਰੀਕੁਐਂਸੀ ਭੇਜ ਰਹੇ ਹੋ ਜਿਹੜੀ ਤੁਹਾਡੇ ਵੱਲ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰੋਗੇ। ਜਦੋਂ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਉਹਨਾਂ ਘੜੀਆਂ ਨੂੰ ਜੱਫੀ ਪਾ ਲਓ, ਉਹਨਾਂ ਦਾ ਦੋਹਨ ਕਰੋ। ਇਹ ਜਾਣ ਲਓ ਕਿ ਚੰਗਾ ਮਹਿਸੂਸ ਕਰਨ ਵੇਲੇ ਤੁਸੀਂ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਆਓ ਹੁਣ ਇੱਕ ਕਦਮ ਅੱਗੇ ਚੱਲੀਏ। ਕਿਤੇ ਇੰਜ ਤਾਂ ਨਹੀਂ ਕਿ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਸੰਦੇਸ਼ ਦੇ ਰਿਹਾ ਹੋਵੇ ਕਿ ਤੁਸੀਂ ਕੀ ਸੋਚ ਰਹੇ ਹੋ। ਜੈਕ ਕੈਨਫੀਲਡ ਅਨੁਸਾਰ ਸਾਡੀਆਂ ਭਾਵਨਾਵਾਂ ਸਾਨੂੰ ਇਸ ਗੱਲ ਦਾ ਫੀਡਬੈਕ ਦਿੰਦੀਆਂ ਹਨ ਕਿ ਅਸੀਂ ਸਹੀ ਰਾਹ ਤੇ ਹਾਂ ਜਾਂ ਨਹੀਂ, ਅਸੀਂ ਸਹੀ ਦਿਸ਼ਾ 'ਚ ਜਾ ਰਹੇ ਹਾਂ ਜਾਂ ਨਹੀਂ। ਯਾਦ ਰੱਖੋ, ਤੁਹਾਡੇ ਵਿਚਾਰ ਹਰ ਚੀਜ਼ ਦਾ ਮੁੱਢਲਾ ਕਾਰਨ ਹੈ। ਇਸ ਲਈ ਜਦੋਂ ਤੁਸੀਂ ਕਿਸੇ ਵਿਚਾਰ ਨੂੰ ਲਗਾਤਾਰ ਸੋਚਦੇ ਹੋ ਤਾਂ ਤੁਰੰਤ ਬ੍ਰਹਿਮੰਡ 'ਚ ਪਹੁੰਚ ਜਾਂਦਾ ਹੈ। ਉਹ ਵਿਚਾਰ ਚੁੰਬਕ ਵਾਂਗ ਆਪਣੇ ਸਮਾਨ ਫ੍ਰੀਕੁਐਂਸੀ ਨਾਲ ਜੁੜ ਜਾਂਦਾ ਹੈ। ਕੁਝ ਹੀ ਘੜੀਆਂ ਅੰਦਰ ਹੀ ਤੁਹਾਡੀਆਂ ਭਾਵਨਾਵਾਂ ਦੁਆਰਾ ਉਸ ਫ੍ਰੀਕੁਐਂਸੀ ਦੀ ਰੀਡਿੰਗ ਤੁਹਾਨੂੰ ਮਿਲ ਜਾਂਦੀ ਹੈ। ਇਸ ਨੂੰ ਦੂਜੇ ਤਰੀਕੇ ਨਾਲ ਕਹੀਏ ਤਾਂ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਦੱਸ ਦਿੰਦਾ ਹੈ ਕਿ ਤੁਸੀਂ ਉਸ ਵੇਲੇ ਕਿਸ ਫ੍ਰੀਕੁਐਂਸੀ ਤੇ ਹੋ। ਤੁਹਾਡੀਆਂ ਭਾਵਨਾਵਾਂ ਤੁਹਾਡੀ ਫ੍ਰੀਕੁਐਂਸੀ ਫੀਡਬੈਕ ਮਕੈਨਿਜ਼ਮ ਹੈ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ, ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ ਤੁਸੀਂ ਮਾੜੇ ਵਿਚਾਰ ਸੋਚ ਰਹੇ ਹੋ। ਜੇਕਰ ਤੁਸੀਂ ਇਸ ਵਕਤ ਬੁਰਾ ਮਹਿਸੂਸ ਕਰ ਰਹੇ ਹੋ ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੁਨੇਹਾ ਦਰਅਸਲ ਇਹ ਕਹਿ ਰਿਹਾ ਹੈ, ਖਬਰਦਾਰ, ਆਪਣੇ ਵਿਚਾਰਾਂ ਨੂੰ ਤੁਰੰਤ ਬਦਲੋ। ਨਕਾਰਾਤਮਕ ਫ੍ਰੀਕੁਐਂਸੀ ਦਰਜ ਹੋਈ ਹੈ, ਫ੍ਰੀਕੁਐਂਸੀ ਬਦਲੋ। ਪ੍ਰਗਟੀਕਰਨ ਦੀ ਤਿਆਰੀ ਆਰੰਭ ਹੋ ਚੁੱਕੀ ਹੈ। ਖਬਰਦਾਰ, ਅਗਲੀ ਵਾਰ ਜਦੋਂ ਤੁਸੀਂ ਬੁਰਾ ਮਹਿਸੂਸ ਕਰੋ ਜਾਂ ਕੋਈ ਨਕਾਰਾਤਮਕ ਭਾਵ ਮਹਿਸੂਸ ਕਰੋ ਤਾਂ ਬ੍ਰਹਿਮੰਡ ਦੁਆਰਾ ਭੇਜੇ ਗਏ ਸੰਕੇਤਾਂ ਤੇ ਧਿਆਨ ਦਿਓ। ਉਸ ਵੇਲੇ ਤੁਸੀਂ ਨਕਾਰਾਤਮਕ ਫ੍ਰੀਕੁਐਂਸੀ ਤੇ ਹੋ ਤੇ ਆਪਣੀ ਭਲਾਈ ਦੇ ਰਾਹ 'ਚ ਆਪ ਰੁਕਾਵਟਾਂ ਖੜੀਆਂ ਕਰ ਰਹੇ ਹੋ। ਆਪਣੇ ਵਿਚਾਰਾਂ ਨੂੰ ਬਦਲ ਲਓ। ਕਿਸੇ ਚੰਗੀ ਚੀਜ਼ ਬਾਰੇ ਸੋਚੋ। ਜੇ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਜਾਣ ਜਾਓਗੇ ਕਿ ਤੁਸੀਂ ਫ੍ਰੀਕੁਐਂਸੀ ਬਦਲ ਕੇ ਨਵੀਂ ਫ੍ਰੀਕੁਐਂਸੀ ਤੇ ਪਹੁੰਚ ਗਏ ਹੋ ਤੇ ਬ੍ਰਹਿਮੰਡ ਨੇ ਬਿਹਤਰ ਭਾਵਨਾਵਾਂ ਪਹੁੰਚਾ ਕੇ ਇਹਦੀ ਤਾਈਦ ਕਰ ਦਿੱਤੀ ਹੈ। ਬੌਬ ਡਾਇਲ ਅਨੁਸਾਰ ਤੁਹਾਨੂੰ ਠੀਕ ਉਹੀ ਮਿਲ ਰਿਹਾ ਜਿਸ ਬਾਰੇ ਤੁਸੀਂ ਮਹਿਸੂਸ ਕਰ ਰਹੇ ਹੋ, ਉਹ ਨਹੀਂ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਇਸ ਲਈ ਘਟਨਾਵਾਂ ਬਾਰ-ਬਾਰ ਹੁੰਦੀਆਂ। ਜੇਕਰ ਸਵੇਰੇ ਬਿਸਤਰੇ ਤੋਂ ਉਤਰਨ ਵੇਲੇ ਕਿਸੇ ਦੇ ਅੰਗੂਠੇ 'ਚ ਸੱਟ ਵੱਜ ਜਾਂਦੀ ਹੈ, ਸਾਰਾ ਦਿਨ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਉਸ ਵਿਅਕਤੀ ਨੂੰ ਥੋੜ੍ਹਾ ਜਿਹਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਆਪਣੀਆਂ ਭਾਵਨਾਵਾਂ 'ਚ ਥੋੜ੍ਹਾ ਜਿਹਾ ਬਦਲਾਅ ਕਰਕੇ ਉਹ ਆਪਣੇ ਸਾਰੇ ਦਿਨ ਤੇ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਜੇ ਤੁਹਾਡਾ ਦਿਨ ਚੰਗਾ ਸ਼ੁਰੂ ਹੁੰਦਾ ਹੈ ਤੇ ਤੁਸੀਂ ਸੁਖਮਈ ਭਾਵਨਾਵਾਂ ਮਹਿਸੂਸ ਕਰਦੇ ਹੋ ਤਾਂ ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਆਪਣਾ ਮੂਡ ਬਦਲਣ ਦੀ ਇਜਾਜ਼ਤ ਨਾ ਦਿਓ ਉਦੋਂ ਤੱਕ ਤੁਸੀਂ ਆਕਰਸ਼ਣ ਦੇ ਨਿਯਮ ਅਨੁਸਾਰ ਉਸੇ ਤਰ੍ਹਾਂ ਦੀਆਂ ਹੋਰ ਸਥਿਤੀਆਂ ਤੇ ਲੋਕਾਂ ਨੂੰ ਆਕਰਸ਼ਿਤ ਕਰਦੇ ਰਹੋਗੇ ਜਿਹੜੇ ਉਹਨਾਂ ਸੁਖਮਈ ਭਾਵਨਾਵਾਂ ਨੂੰ ਕਾਇਮ ਰੱਖਣਗੇ। ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਦਿਨ ਜਾਂ ਸਮੇਂ ਆਉਣਗੇ ਜਦੋਂ ਇੱਕ ਤੋਂ ਬਾਅਦ ਇੱਕ ਕਈ ਚੀਜ਼ਾਂ ਗੜਬੜ ਹੋਣ। ਭਾਵੇਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੋਵੇ ਜਾਂ ਨਾ, ਇਹ ਲੜੀਬੱਧ ਪ੍ਰਤੀਕਿਰਿਆ ਸਿਰਫ ਇੱਕ ਵਿਚਾਰ ਨਾਲ ਆਰੰਭ ਹੋਈ ਸੀ। ਉਸ ਇੱਕ ਮਾੜੇ ਵਿਚਾਰ ਨੇ ਦੂਜੇ ਮਾੜੇ ਵਿਚਾਰਾਂ ਨੂੰ ਆਕਰਸ਼ਿਤ ਕੀਤਾ। ਫ੍ਰੀਕੁਐਂਸੀ ਦਰਜ ਹੋਈ, ਆਖਰਕਾਰ ਕੋਈ ਚੀਜ਼ ਗੜਬੜ ਹੋ ਗਈ। ਫਿਰ ਜਦੋਂ ਤੁਸੀਂ ਇਸ ਗੜਬੜ ਚੀਜ਼ ਤੇ ਮਾੜੀਆਂ ਭਾਵਨਾਵਾਂ ਮਹਿਸੂਸ ਕਰਕੇ ਪ੍ਰਤੀਕਿਰਿਆ ਕੀਤੀ ਤਾਂ ਤੁਸੀਂ ਉਸੇ ਤਰ੍ਹਾਂ ਦੀਆਂ ਹੋਰ ਮਾੜੀਆਂ ਚੀਜ਼ਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਲਿਆ। ਪ੍ਰਤੀਕਿਰਿਆਵਾਂ ਅਕਸਰ ਉਸੇ ਤਰ੍ਹਾਂ ਦੀਆਂ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ ਤੇ ਲੜੀਬੱਧ ਪ੍ਰਤੀਕਿਰਿਆ ਉਦੋਂ ਤੱਕ ਹੁੰਦੀ ਰਹੇਗੀ ਜਦ ਤੱਕ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਆਪਣੇ ਵਿਚਾਰ ਬਦਲ ਕੇ ਖੁਦ ਨੂੰ ਉਸ ਫ੍ਰੀਕੁਐਂਸੀ ਤੋਂ ਹਟਾ ਨਾ ਲਓ। ਤੁਸੀਂ ਆਪਣੇ ਵਿਚਾਰ ਬਦਲ ਕੇ ਆਪਣੀ ਮਨਚਾਹੀ ਚੀਜ਼ ਦੀ ਦਿਸ਼ਾ 'ਚ ਮੋੜ ਸਕਦੇ ਹੋ। ਤੁਹਾਨੂੰ ਆਪਣੀ ਭਾਵਨਾਵਾਂ ਤੋਂ ਇਹ ਜਾਣਕਾਰੀ ਮਿਲ ਜਾਏਗੀ ਕਿ ਤੁਸੀਂ ਆਪਣੀ ਫ੍ਰੀਕੁਐਂਸੀ ਬਦਲ ਲਈ ਹੈ। ਆਕਰਸ਼ਣ ਦਾ ਨਿਯਮ ਉਸ ਨਵੀਂ ਫ੍ਰੀਕੁਐਂਸੀ ਨੂੰ ਜਕੜ ਲਏਗਾ ਤੇ ਉਹਦੇ ਅਨੁਰੂਪ ਨਵੀਆਂ ਤਸਵੀਰਾਂ ਤੁਹਾਡੀ ਜ਼ਿੰਦਗੀ 'ਚ ਭੇਜ ਦੇਗਾ। ਹੁਣ ਤੁਸੀਂ ਆਪਣੀਆਂ ਭਾਵਨਾਵਾਂ ਤੋਂ ਫਾਇਦਾ ਚੁੱਕ ਸਕਦੇ ਹੋ ਤੇ ਉਹਨਾਂ ਦਾ ਇਸਤੇਮਾਲ ਕਰ ਆਪਣੀ ਮਨਚਾਹੀਆਂ ਚੀਜ਼ਾਂ ਨੂੰ ਹਾਸਲ ਕਰ ਸਕਦੇ ਹੋ। ਤੁਸੀਂ ਆਪਣੀ ਮਨਚਾਹੀ ਚੀਜ਼ਾਂ ਦੇ ਵਿਚਾਰਾਂ 'ਚ ਭਾਵਨਾਤਮਕ ਪ੍ਰਬਲਤਾ ਦਾ ਪ੍ਰਯੋਗ ਕਰ ਜ਼ਿਆਦਾ ਸਸ਼ਕਤ ਫ੍ਰੀਕੁਐਂਸੀ
ਪ੍ਰੇਸ਼ਿਤ ਕਰ ਸਕਦੇ ਹੋ ਤੇ ਆਪਣੀਆਂ ਭਾਵਨਾਵਾਂ ਤੋਂ ਫਾਇਦਾ ਚੁੱਕ ਸਕਦੇ ਹੋ। ਮਾਈਕਲ ਬਰਨਾਰਡ ਬੇਕਵਿਥ ਅਨੁਸਾਰ ਤੁਸੀਂ ਇਸ ਵੇਲੇ ਸਿਹਤਮੰਦ ਮਹਿਸੂਸ ਕਰ ਸਕਦੇ ਹੋ, ਤੁਸੀਂ ਸਮਰਿੱਧ ਮਹਿਸੂਸ ਕਰ ਸਕਦੇ ਹੋ, ਤੁਸੀਂ ਆਪਣੇ ਚਾਰੇ ਪਾਸੇ ਪ੍ਰੇਮ ਮਹਿਸੂਸ ਕਰ ਸਕਦੇ ਹੋ। ਭਲੇ ਹੀ ਉਹ ਤੁਹਾਡੇ ਜੀਵਨ 'ਚ ਨਾ ਹੋਣ, ਸਿੱਟਾ ਹੋਏਗਾ ਕਿ ਬ੍ਰਹਿਮੰਡ ਤੁਹਾਡੇ ਅਹਿਸਾਸ ਦੀ ਪ੍ਰਕਿਰਤੀ ਦੇ ਅਨੁਰੂਪ ਬਣ ਜਾਏਗਾ। ਬ੍ਰਹਿਮੰਡ ਤੁਹਾਡੇ ਅੰਦਰੂਨੀ ਭਾਵ ਦੀ ਪ੍ਰਕਿਰਤੀ ਦੇ ਅਨੁਰੂਪ ਬਦਲ ਕੇ ਤੁਹਾਡੇ ਸਾਹਮਣੇ ਪ੍ਰਗਟ ਹੋਏਗਾ, ਕਿਉਂਕਿ ਤੁਸੀਂ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ। ਤਾਂ ਤੁਸੀਂ ਇਸ ਵਕਤ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕੁਝ ਪਲ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਉਨਾ ਚੰਗਾ ਮਹਿਸੂਸ ਨਹੀਂ ਕਰਦੇ ਜਿੰਨਾ ਤੁਸੀਂ ਚਾਹੁੰਦੇ ਹੋ, ਤਾਂ ਕੋਸ਼ਿਸ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕੋ ਤੇ ਉਹਨਾਂ ਤੇ ਧਿਆਨ ਕੇਂਦਰਿਤ ਕਰੋ। ਜਦੋਂ ਤੁਸੀਂ ਆਪਣੀ ਭਾਵਨਾਵਾਂ ਨੂੰ ਉੱਪਰ ਚੁੱਕਣ ਲਈ ਬੜੀ ਡੂੰਘਾਈ ਨਾਲ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਸੀਂ ਉਹਨੂੰ ਪ੍ਰਬਲਤਾ ਨਾਲ ਉੱਪਰ ਚੁੱਕਦੇ ਹੋ। ਇਹਦਾ ਇੱਕ ਤਰੀਕਾ ਅੱਖਾਂ ਬੰਦ ਕਰਕੇ ਅੰਦਰਲੀਆਂ ਭਾਵਨਾਵਾਂ ਤੇ ਧਿਆਨ ਕੇਂਦਰਿਤ ਕਰਨਾ ਹੈ ਤੇ ਫਿਰ 1 ਮਿੰਟ ਤੱਕ ਮੁਸਕਰਾਓ। ਅੱਖਾਂ ਇਸ ਲਈ ਬੰਦ ਕਰਨੀਆਂ ਤਾਂ ਕਿ ਕੋਈ ਅੜਿੱਕਾ ਨਾ ਪਵੇ। ਲੀਸਾ ਨਿਕੋਲਸ ਅਨੁਸਾਰ ਤੁਹਾਡੇ ਵਿਚਾਰ ਤੇ ਭਾਵਨਾਵਾਂ ਤੁਹਾਡੇ ਜੀਵਨ ਦਾ ਨਿਰਮਾਣ ਕਰਦੀਆਂ ਹਨ। ਇਹ ਹਮੇਸ਼ਾ ਇਸੇ ਤਰੀਕੇ ਨਾਲ ਹੁੰਦਾ ਹੈ ਤੇ ਹੁੰਦਾ ਰਹੇਗਾ, ਪੱਕੀ ਗਰੰਟੀ ਹੈ। ਗੁਰਤਾ ਦੇ ਨਿਯਮ ਵਾਂਗ ਹੀ ਆਕਰਸ਼ਣ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਗੁਰਤਾ ਦੇ ਨਿਯਮ 'ਚ ਚੂਕ ਹੋਣ ਦੇ ਕਾਰਨ ਤੁਸੀਂ ਸੂਰਾਂ ਨੂੰ ਉੱਡਦਿਆਂ ਦੇਖਿਆ ਹੋਵੇ, ਕਿਉਂਕਿ ਉਸ ਦਿਨ ਸੂਰ ਤੇ ਗੁਰਤਾ ਦਾ ਨਿਯਮ ਨਹੀਂ ਲਾਗੂ ਹੋ ਪਾਇਆ। ਇਸੇ ਤਰ੍ਹਾਂ ਆਕਰਸ਼ਣ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਜੇ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਆਉਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਲੰਮੇ ਸਮੇਂ ਤੱਕ ਉਹਦੇ ਬਾਰੇ ਸੋਚ ਕੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਆਕਰਸ਼ਣ ਦਾ ਨਿਯਮ ਦਰੁਸਤ ਹੈ। ਮਾਈਕਲ ਬਰਨਾਰਡ ਬੇਕਵਿਥ ਅਨੁਸਾਰ ਇਹਨੂੰ ਹਜ਼ਮ ਕਰ ਪਾਉਣਾ ਔਖਾ ਹੈ, ਲੇਕਿਨ ਜਦੋਂ ਤੁਸੀਂ ਇਸ ਵਿਚਾਰ ਨੂੰ ਸਵੀਕਾਰ ਕਰਨ ਲੱਗਦੇ ਹੋ ਤਾਂ ਇਹਦੇ ਪ੍ਰਭਾਵ ਜ਼ਬਰਦਸਤ ਹੁੰਦੇ ਹਨ। ਇਹਦਾ ਮਤਲਬ ਇਹ ਹੈ ਕਿ ਪੁਰਾਣੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਭਾਵੇਂ ਜੋ ਕੀਤਾ ਹੋਵੇ, ਲੇਕਿਨ ਜਾਗਰੂਕਤਾ ਨੂੰ ਬਦਲ ਕੇ ਤੁਸੀਂ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ। ਤੁਹਾਡੇ ਕੋਲ ਹਰ ਚੀਜ਼ ਨੂੰ ਬਦਲਣ ਦੀ ਸ਼ਕਤੀ ਹੈ, ਕਿਉਂਕਿ ਤੁਸੀਂ ਤੇ ਆਪਣੇ ਵਿਚਾਰਾਂ ਨੂੰ ਚੁਣਦੇ ਹੋ, ਤੁਸੀਂ ਆਪਣੀ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋ। ਤੁਸੀਂ ਰਾਹ 'ਚ ਚਲਦੇ ਚਲਦੇ ਆਪਣੇ ਬ੍ਰਹਿਮੰਡ ਦਾ ਨਿਰਮਾਣ ਆਪ ਕਰਦੇ ਹੋ। ਡਾਕਟਰ ਜੋ ਵਿਟਾਲ ਅਨੁਸਾਰ ਚੰਗਾ ਮਹਿਸੂਸ ਕਰਨਾ ਸੱਚਮੁੱਚ ਮਹੱਤਵਪੂਰਨ ਹੈ, ਕਿਉਂਕਿ ਚੰਗੀ ਭਾਵਨਾ ਬ੍ਰਹਿਮੰਡ 'ਚ ਸੰਕੇਤਾਂ ਵਾਂਗ ਹੋ ਜਾਂਦੀ ਹੈ। ਤੁਹਾਡੇ ਵੱਲ ਉਸੇ ਵਰਗੀ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਨ ਲੱਗਦੀ ਹੈ। ਇਸ ਲਈ ਤੁਸੀਂ ਜਿੰਨਾ ਜ਼ਿਆਦਾ ਚੰਗਾ ਮਹਿਸੂਸ ਕਰੋਗੇ, ਤੁਹਾਡੇ ਵੱਲ ਉਨੀਆਂ ਜ਼ਿਆਦਾ ਚੰਗੀਆਂ ਚੀਜ਼ਾਂ ਆਕਰਸ਼ਿਤ ਹੋਣਗੀਆਂ, ਜਿਹੜੀਆਂ ਤੁਹਾਨੂੰ ਚੰਗਾ ਮਹਿਸੂਸ ਕਰਾਉਣਗੀਆਂ ਤੇ ਲਗਾਤਾਰ ਜ਼ਿਆਦਾ ਉੱਪਰ ਪਹੁੰਚਾਉਣਗੀਆਂ। ਬੌਬ ਪ੍ਰੈਕਟਰ ਅਨੁਸਾਰ ਤੁਸੀਂ ਜੇਕਰ ਨਿਰਾਸ਼ਾ ਮਹਿਸੂਸ ਕਰ ਰਹੇ ਹੋ ਤਾਂ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇਸੇ ਘੜੀ ਨੂੰ ਬਦਲ ਸਕਦੇ ਹੋ? ਵਧੀਆ ਜਿਹਾ ਗੀਤ ਲਾ ਲਓ ਜਾਂ ਗਾਉਣ ਲੱਗੋ, ਇਸ ਨਾਲ ਤੁਹਾਡੇ ਭਾਵ ਬਦਲ ਜਾਣਗੇ। ਜਾਂ ਕਿਸੇ ਸੋਹਣੀ ਚੀਜ਼ ਬਾਰੇ ਸੋਚੋ, ਬੱਚੇ ਜਾਂ ਕਿਸੇ ਇਹੋ ਜਿਹੇ ਵਿਅਕਤੀ ਬਾਰੇ ਸੋਚੋ ਜਿਸ ਨਾਲ ਤੁਸੀਂ ਸੱਚਾ ਪਿਆਰ ਕਰਦੇ ਹੋ ਤੇ ਉਸੇ ਤੇ ਧਿਆਨ ਕੇਂਦਰਿਤ ਰੱਖੋ। ਉਸ ਵਿਚਾਰ ਨੂੰ ਸੱਚੀ ਆਪਣੇ ਦਿਮਾਗ 'ਚ ਰੱਖ ਲਓ। ਉਸ ਵਿਚਾਰ ਨੂੰ ਛੱਡ ਕੇ ਕਿਸੇ ਦੂਜੀ ਚੀਜ਼ ਨੂੰ ਦਿਮਾਗ 'ਚ ਆਉਣ ਹੀ ਨਾ ਦਿਓ। ਮੈਂ ਗਰੰਟੀ ਦਿੰਦਾ ਤੁਸੀਂ ਵਧੀਆ ਮਹਿਸੂਸ ਕਰਨ ਲੱਗੋਗੇ। ਆਪਣੇ ਕੋਲ ਕੁਝ ਹਟਵੇਂ ਭਾਵਾਂ ਦੀ ਸੂਚੀ ਤਿਆਰ ਰੱਖੋ। ਹਟਵੇਂ ਭਾਵਾਂ ਤੋਂ ਮੇਰਾ ਮਤਲਬ ਇਹੋ ਜਿਹੀਆਂ ਚੀਜ਼ਾਂ ਨਾਲ ਹੈ ਜਿਹੜੀਆਂ ਇੱਕੋ ਹੀ ਘੜੀ 'ਚ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੀਆਂ, ਜਿਵੇਂ ਸੁਖਮਈ ਯਾਦਾਂ, ਭਾਵੀ ਘਟਨਾਵਾਂ ਦੀਆਂ ਕਲਪਨਾਵਾਂ, ਮੌਜ ਮਸਤੀ ਦੇ ਪਲ, ਸੋਹਣੇ ਪ੍ਰਾਕਿਰਤਿਕ ਦ੍ਰਿਸ਼, ਕੋਈ ਪਿਆਰਾ ਵਿਅਕਤੀ, ਤੁਹਾਡਾ ਮਨ ਭਾਉਂਦਾ ਸੰਗੀਤ। ਫਿਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਗੁੱਸੇ 'ਚੋਂ, ਕੁੰਠਿਤ ਹੋ ਜਾਂ ਚੰਗਾ ਮਹਿਸੂਸ ਨਹੀਂ ਕਰ ਰਹੇ, ਤਾਂ ਫੌਰਨ ਆਪਣੀ ਹਟਵੇਂ ਭਾਵਾਂ ਦੀ ਸੂਚੀ ਤੇ ਨਜ਼ਰ ਪਾਓ। ਉਹਨਾਂ 'ਚੋਂ ਕਿਸੇ ਇੱਕ ਤੇ ਧਿਆਨ ਕੇਂਦਰਿਤ ਕਰ ਲਓ। ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਚੀਜ਼ਾਂ ਤੁਹਾਡੇ ਭਾਵਾਂ ਨੂੰ ਬਦਲਣਗੀਆਂ। ਇਸ ਲਈ ਜੇਕਰ ਕੋਈ ਚੀਜ਼ ਕੰਮ ਨਾ ਕਰੇ ਤਾਂ ਦੂਜੀ ਨੂੰ ਇਸਤੇਮਾਲ ਕਰੋ। ਆਪਣੀ ਫ੍ਰੀਕੁਐਂਸੀ ਤੇ ਆਪਣੇ ਫੋਕਸ ਬਦਲਣ 'ਚ ਮੁਸ਼ਕਲ ਨਾਲ 1-2 ਮਿੰਟ ਦਾ ਸਮਾਂ ਲੱਗਦਾ ਹੈ। ਪ੍ਰੇਮ ਮਹਾਨਤਮ ਭਾਵ ਹੈ, ਜੇਮਸ ਰੇ ਨੇ ਕਿਹਾ ਹੈ। ਦਾਰਸ਼ਨਿਕ ਵਕਤਾ, ਲੇਖਕ ਤੇ ਸਮਰਿੱਧੀ ਤੇ ਮਾਨਵੀ ਸਮਰੱਥਾ ਪ੍ਰੋਗਰਾਮਾਂ ਦੇ ਨਿਰਮਾਤਾ ਹੈ। ਚੰਗਾ ਮਹਿਸੂਸ ਕਰਨ ਦਾ ਸਿਧਾਂਤ ਪਰਿਵਾਰ ਦੇ ਪਾਲਤੂ ਜਾਨਵਰਾਂ ਤੇ ਵੀ ਲਾਗੂ ਹੁੰਦਾ ਹੈ। ਪਸ਼ੂ ਅਦਭੁਤ ਹੈ ਕਿਉਂਕਿ ਉਹਨਾਂ ਦੇ ਕਾਰਨ ਤੁਸੀਂ ਬੜੀ ਵਧੀਆ ਭਾਵਨਾਤਮਕ ਸਥਿਤੀ 'ਚ ਰਹਿੰਦੇ ਹੋ। ਜਦੋਂ ਤੁਸੀਂ ਆਪਣੇ ਪਾਲਤੂ ਪਸ਼ੂਆਂ ਪ੍ਰਤੀ ਪ੍ਰੇਮ ਮਹਿਸੂਸ ਕਰਦੇ ਹੋ ਤਾਂ ਪ੍ਰੇਮ ਦੀ
ਮਹਾਨ ਅਵਸਥਾ ਤੁਹਾਡੇ ਜੀਵਨ 'ਚ ਚੰਗੀਆਂ ਚੀਜ਼ਾਂ ਲਿਆਵੇਗੀ। ਇਹ ਕਿੰਨਾ ਚੰਗਾ ਤੋਹਫਾ ਹੈ। ਵਿਚਾਰ ਤੇ ਪ੍ਰੇਮ ਦਾ ਸੁਮੇਲ ਆਕਰਸ਼ਣ ਦੇ ਨਿਯਮ ਨੂੰ ਬੇਹੱਦ ਸ਼ਕਤੀਸ਼ਾਲੀ ਬਣਾ ਦਿੰਦਾ ਹੈ। ਚਾਰਲਸ ਹਾਨੇਲ ਅਨੁਸਾਰ ਪ੍ਰੇਮ ਬ੍ਰਹਿਮੰਡ ਦੀ ਸਭ ਤੋਂ ਵੱਡੀ ਸ਼ਕਤੀ ਹੈ। ਪ੍ਰੇਮ ਦਾ ਭਾਵ ਉਹ ਸਰਵ ਉੱਚ ਫ੍ਰੀਕੁਐਂਸੀ ਹੈ ਜਿਹਨੂੰ ਤੁਸੀਂ ਸੰਚਾਲਿਤ ਕਰ ਸਕਦੇ ਹੋ। ਜੇ ਤੁਸੀਂ ਆਪਣੇ ਹਰ ਵਿਚਾਰ ਨੂੰ ਪ੍ਰੇਮ ਨਾਲ ਸਰਸ਼ਾਰ ਕਰ ਸਕੋ, ਜੇਕਰ ਤੁਸੀਂ ਹਰ ਵਸਤੂ ਤੇ ਵਿਅਕਤੀ ਨਾਲ ਪ੍ਰੇਮ ਕਰ ਸਕੋ, ਤਾਂ ਤੁਹਾਡੇ ਜੀਵਨ ਦਾ ਕਾਇਆ ਕਲਪ ਹੋ ਜਾਏਗਾ। ਦਰਅਸਲ ਅਤੀਤ ਦੇ ਕੁਝ ਮਹਾਨ ਚਿੰਤਕਾਂ ਨੇ ਆਕਰਸ਼ਣ ਦੇ ਨਿਯਮ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਪ੍ਰੇਮ ਦਾ ਨਿਯਮ ਕਿਹਾ ਸੀ। ਸੋਚਣ ਤੇ ਤੁਹਾਨੂੰ ਸਮਝ ਆ ਜਾਏਗਾ ਕਿ ਉਹਨਾਂ ਇਸ ਤਰ੍ਹਾਂ ਕਿਉਂ ਕੀਤਾ। ਜੇ ਤੁਸੀਂ ਕਿਸੇ ਬਾਰੇ ਮਾੜਾ ਸੋਚਦੇ ਹੋ, ਮਾੜੇ ਵਿਚਾਰ ਤੁਹਾਡੇ ਜੀਵਨ 'ਚ ਬਤੌਰ ਮਾੜੀਆਂ ਤਸਵੀਰਾਂ ਪ੍ਰਗਟ ਹੋਣਗੇ। ਤੁਸੀਂ ਆਪਣੇ ਮਾੜੇ ਵਿਚਾਰਾਂ ਨਾਲ ਕਿਸੇ ਦੂਜੇ ਦਾ ਨਹੀਂ, ਆਪਣਾ ਨੁਕਸਾਨ ਕਰ ਸਕਦੇ ਹੋ। ਜੇ ਤੁਸੀਂ ਪ੍ਰੇਮ ਤੇ ਵਿਚਾਰ ਸੋਚਦੇ ਹੋ ਤਾਂ ਅੰਦਾਜ਼ਾ ਲਾਓ ਇਸ ਨਾਲ ਕਿਹਨੂੰ ਫਾਇਦਾ ਹੋਏਗਾ? ਤੁਹਾਨੂੰ। ਇਸ ਲਈ ਜੇਕਰ ਤੁਹਾਡੀ ਪ੍ਰਮੁੱਖ ਭਾਵਨਾਤਮਕ ਅਵਸਥਾ ਪ੍ਰੇਮ ਦੀ ਹੈ ਤਾਂ ਆਕਰਸ਼ਣ ਜਾਂ ਪ੍ਰੇਮ ਦਾ ਨਿਯਮ ਸਭ ਤੋਂ ਪ੍ਰਬਲ ਸ਼ਕਤੀ ਨਾਲ ਪ੍ਰਤੀਕਿਰਿਆ ਕਰਦਾ ਹੈ, ਕਿਉਂਕਿ ਤੁਸੀਂ ਸਭ ਤੋਂ ਉੱਚੀ ਫ੍ਰੀਕੁਐਂਸੀ ਤੇ ਹੋ। ਤੁਸੀਂ ਜਿੰਨਾ ਪ੍ਰੇਮ ਮਹਿਸੂਸ ਤੇ ਸੰਚਾਰਿਤ ਕਰੋਗੇ, ਉਨੀ ਜ਼ਿਆਦਾ ਸ਼ਕਤੀ ਦਾ ਦੋਹਨ ਕਰੋਗੇ। ਜਿਹੜੇ ਸਿਧਾਂਤ ਵਿਚਾਰ ਨੂੰ ਇਹਦੀ ਵਸਤੂ ਨਾਲ ਜੋੜਦੇ ਤੇ ਇਸ ਤਰ੍ਹਾਂ ਦੀ ਮਾਨਵੀ ਵਿਅਕਤੀ ਤੇ ਜਿੱਤ ਪਾਉਣ ਦੀ ਪ੍ਰਬਲ ਸ਼ਕਤੀ ਦਿੰਦੇ ਹਨ, ਉਹ ਆਕਰਸ਼ਣ ਦਾ ਨਿਯਮ ਹੈ। ਇੱਕ ਪ੍ਰਤੱਖ ਤੇ ਬੁਨਿਆਦੀ ਸਿਧਾਂਤ ਹੈ ਜਿਹੜਾ ਹਰ ਵਸਤੂ, ਹਰ ਦਰਸ਼ਨ, ਹਰ ਧਰਮ ਤੇ ਹਰ ਵਿਗਿਆਨ 'ਚ ਸ਼ਾਮਲ ਹੈ। ਪ੍ਰੇਮ ਦੇ ਨਿਯਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਵਨਾ ਇੱਛਾ ਹੈ ਤੇ ਇੱਛਾ ਪ੍ਰੇਮ ਨਾਲ ਸਰਸ਼ਾਰ ਵਿਚਾਰ ਅਜਿੱਤ ਬਣ ਜਾਂਦੇ ਹਨ। ਮਾਰਸੀ ਸ਼ਿਮਾਫ ਅਨੁਸਾਰ ਜਦੋਂ ਤੁਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝਣ ਤੇ ਉਹਨਾਂ ਤੇ ਸੱਚਮੁੱਚ ਕੰਟਰੋਲ ਰੱਖਣ ਲੱਗਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਵਾਸਤਵਿਕਤਾ ਦਾ ਨਿਰਮਾਣ ਕਿਵੇਂ ਕਰਦੇ ਹੋ। ਇਹੀ ਤੁਹਾਡੀ ਸੁਤੰਤਰਤਾ ਹੈ, ਇਹੀ ਤੁਹਾਡੀ ਸਮੁੱਚੀ ਸ਼ਕਤੀ ਹੈ। ਮਾਰਸੀ ਸ਼ਿਮਾਫ ਨੇ ਮਹਾਨ ਐਲਬਰਟ ਆਇਨਸਟਾਈਨ ਦਾ ਇੱਕ ਅਦਭੁਤ ਵਾਕ ਦੁਹਰਾਇਆ ਹੈ। ਕੋਈ ਇਨਸਾਨ ਆਪਣੇ ਆਪ ਤੋਂ ਸਭ ਤੋਂ ਮਹੱਤਵਪੂਰਨ ਸਵਾਲ ਇਹ ਪੁੱਛ ਸਕਦਾ ਹੈ ਕਿ ਇਹ ਬ੍ਰਹਿਮੰਡ ਮਿੱਤਰਤਾ ਪੂਰਨ ਹੈ? ਆਕਰਸ਼ਣ ਦੇ ਨਿਯਮ ਨੂੰ ਜਾਣਨ ਤੋਂ ਬਾਅਦ ਇਹਦਾ ਇਕੱਲਾ ਜਵਾਬ ਇਹ ਹੈ ਕਿ ਹਾਂ, ਬ੍ਰਹਿਮੰਡ ਮਿੱਤਰਤਾ ਪੂਰਨ ਹੈ। ਕਿਉਂ? ਕਿਉਂਕਿ ਜਦੋਂ ਤੁਸੀਂ ਇਹ ਜਵਾਬ ਦਿੰਦੇ ਹੋ ਤਾਂ ਆਕਰਸ਼ਣ ਦੇ ਨਿਯਮ ਦੁਆਰਾ ਤੁਹਾਨੂੰ ਇਹੀ ਅਨੁਭਵ ਹੋਏਗਾ। ਆਇਨਸਟਾਈਨ ਨੇ ਸਸ਼ਕਤ ਸਵਾਲ ਇਸ ਲਈ ਪੁੱਛਿਆ ਸੀ ਕਿਉਂਕਿ ਉਹ ਰਹੱਸ ਜਾਣਦੇ ਸਨ। ਉਹ ਜਾਣਦੇ ਸਨ ਕਿ ਇਸ ਸਵਾਲ ਕਾਰਨ ਅਸੀਂ ਸੋਚਣ ਤੇ ਵਿਕਲਪ ਚੁਣਨ ਲਈ ਮਜਬੂਰ ਹੋਵਾਂਗੇ। ਉਹਨਾਂ ਨੇ ਸਿਰਫ ਇੱਕ ਸਵਾਲ ਪੁੱਛ ਕੇ ਸਾਨੂੰ ਇੱਕ ਮਹਾਨ ਅਵਸਰ ਦਿੱਤਾ ਸੀ। ਤੁਸੀਂ ਆਇਨਸਟਾਈਨ ਦੇ ਇਰਾਦੇ ਨੂੰ ਹੋਰ ਅੱਗੇ ਤੱਕ ਲਿਜਾ ਕੇ ਦ੍ਰਿੜ ਐਲਾਨ ਕਰ ਸਕਦੇ ਹੋ, ਇਹ ਬ੍ਰਹਿਮੰਡ ਸ਼ਾਨਦਾਰ ਹੈ। ਬ੍ਰਹਿਮੰਡ ਸਾਰੀ ਚੰਗੀਆਂ ਚੀਜ਼ਾਂ ਨੂੰ ਮੇਰੇ ਵੱਲ ਲਿਆ ਰਿਹਾ ਹੈ। ਬ੍ਰਹਿਮੰਡ ਹਰ ਚੀਜ਼ 'ਚ ਮੇਰਾ ਸਾਥ ਦੇ ਰਿਹਾ ਹੈ। ਬ੍ਰਹਿਮੰਡ ਮੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰ ਰਿਹਾ ਹੈ। ਜਾਣ ਲਓ, ਬ੍ਰਹਿਮੰਡ ਮਿੱਤਰਤਾ ਪੂਰਨ ਹੈ। ਜੈਕ ਕੈਨਫੀਲਡ ਅਨੁਸਾਰ ਜਦੋਂ ਤੋਂ ਮੈਂ ਰਹੱਸ ਸਿੱਖਿਆ ਤੇ ਆਪਣੇ ਜੀਵਨ 'ਚ ਢਾਲਿਆ, ਮੇਰੀ ਜ਼ਿੰਦਗੀ ਜਿਵੇਂ ਜਾਦੂ ਨਾਲ ਬਦਲ ਗਈ ਹੈ। ਜਿਸ ਤਰ੍ਹਾਂ ਜ਼ਿੰਦਗੀ ਦੇ ਲੋਕ ਸੁਪਨੇ ਦੇਖਦੇ ਹੈ, ਸ਼ਾਇਦ ਮੈਂ ਉਹਨੂੰ ਹਰ ਦਿਨ ਜਿਉਂਦਾ। ਮੈਂ $45 ਲੱਖ ਦੇ ਮਹਿਲ 'ਚ ਰਹਿੰਦਾ। ਮੇਰੇ ਕੋਲ ਇੰਨੀ ਬਿਹਤਰੀਨ ਪਤਨੀ ਹੈ ਜਿਸ ਲਈ ਲੋਕੀ ਆਪਣੀ ਜਾਨ ਤੱਕ ਦੇ ਸਕਦੇ ਹਨ। ਮੈਂ ਦੁਨੀਆ ਦੀ ਸ਼ਾਨਦਾਰ ਥਾਵਾਂ ਤੇ ਛੁੱਟੀਆਂ ਮਨਾਉਣ ਜਾਂਦਾ ਹਾਂ। ਮੈਂ ਪਹਾੜਾਂ ਤੇ ਚੜ੍ਹ ਚੁੱਕਿਆ, ਮੈਂ ਖੋਜੀ ਯਾਤਰਾਵਾਂ ਕਰ ਚੁੱਕਿਆ, ਮੈਂ ਸਫਾਰੀ ਯਾਤਰਾਵਾਂ ਕੀਤੀਆਂ। ਇਹ ਸਾਰਾ ਕੁਝ ਇਸ ਲਈ ਹੋਇਆ ਹੈ ਤੇ ਅੱਜ ਵੀ ਹੋ ਰਿਹਾ ਕਿਉਂਕਿ ਮੈਂ ਰਹੱਸ ਤੇ ਅਮਲ ਕਰਨ ਦਾ ਤਰੀਕਾ ਜਾਣਦਾ ਸੀ। ਬੌਬ ਪ੍ਰਾਕਟਰ ਅਨੁਸਾਰ ਜਦੋਂ ਤੁਸੀਂ ਰਹੱਸ ਦਾ ਪ੍ਰਯੋਗ ਕਰਨ ਲੱਗੋਗੇ ਤਾਂ ਜ਼ਿੰਦਗੀ ਸੱਚਮੁੱਚ ਜ਼ਬਰਦਸਤ ਬਣ ਸਕਦੀ ਹੈ। ਇਹਨੂੰ ਬਣਨਾ ਚਾਹੀਦਾ ਹੈ ਤੇ ਜ਼ਰੂਰ ਬਣੇਗੀ। ਇਹ ਤੁਹਾਡੀ ਜ਼ਿੰਦਗੀ ਹੈ ਤੇ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਇਸ ਨੂੰ ਖੋਜੋ। ਹੋ ਸਕਦਾ ਹੈ ਹੁਣ ਤਾਈਂ ਤੁਸੀਂ ਇਹ ਸੋਚ ਰਹੇ ਹੋ ਕਿ ਜ਼ਿੰਦਗੀ ਮੁਸ਼ਕਿਲ ਤੇ ਸੰਘਰਸ਼ਪੂਰਨ ਹੈ। ਇਸ ਲਈ ਆਕਰਸ਼ਣ ਦੇ ਨਿਯਮ ਦੇ ਕਾਰਨ ਤੁਹਾਨੂੰ ਜ਼ਿੰਦਗੀ ਮੁਸ਼ਕਿਲ ਤੇ ਸੰਘਰਸ਼ਪੂਰਨ ਲੱਗੀ ਹੋਏਗੀ। ਇਸੇ ਸਮੇਂ ਕੂਕ ਕੇ ਬ੍ਰਹਿਮੰਡ ਨੂੰ ਕਹੋ, ਜ਼ਿੰਦਗੀ ਬੜੀ ਸੌਖੀ ਹੈ, ਜ਼ਿੰਦਗੀ ਬੜੀ ਚੰਗੀ ਹੈ, ਹਰ ਚੰਗੀ ਚੀਜ਼ ਮੇਰੇ ਵੱਲ ਆ ਰਹੀ ਹੈ। ਤੁਹਾਡੇ ਅੰਦਰ ਡੂੰਘਾਈ 'ਚ ਇੱਕ ਸੱਚਾਈ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਉਹਨੂੰ ਖੋਜੋ। ਇਹ ਸੱਚਾਈ ਇਹ ਹੈ, ਤੁਸੀਂ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਹੱਕਦਾਰ ਹੋ ਜੋ ਜ਼ਿੰਦਗੀ ਇਨਸਾਨ ਨੂੰ ਦੇ ਸਕਦੀ ਹੈ। ਤੁਸੀਂ ਇਹ ਗੱਲ ਮਨ ਹੀ ਮਨ ਜਾਣਦੇ ਹੋ ਕਿਉਂਕਿ
ਚੰਗੀਆਂ ਚੀਜ਼ਾਂ ਦੀ ਘਾਟ ਹੋਣ ਤੇ ਤੁਸੀਂ ਬਹੁਤ ਮਾੜਾ ਮਹਿਸੂਸ ਕਰਦੇ ਹੋ। ਸਾਰੀਆਂ ਚੰਗੀਆਂ ਚੀਜ਼ਾਂ ਤੁਹਾਡਾ ਵਿਰਾਸਤੀ ਅਧਿਕਾਰ ਹਨ। ਤੁਸੀਂ ਆਪਣੇ ਜੀਵਨ ਦੇ ਸਿਰਜਕ ਹੋ ਤੇ ਆਕਰਸ਼ਣ ਦਾ ਨਿਯਮ ਤੁਹਾਡਾ ਸ਼ਾਨਦਾਰ ਸੰਦ ਹੈ। ਇਹਦੀ ਮਦਦ ਨਾਲ ਤੁਸੀਂ ਆਪਣੇ ਜੀਵਨ ਨੂੰ ਮਨ ਭਾਉਂਦਾ ਆਕਾਰ ਦੇ ਸਕਦੇ ਹੋ। ਜਾਦੂਈ ਜੀਵਨ ਦੇ ਸੰਸਾਰ 'ਚ ਤੁਹਾਡਾ ਸਵਾਗਤ ਹੈ। ਤੁਹਾਡੇ ਸਮਰਿੱਧ ਸਰੂਪ 'ਚ ਤੁਹਾਡਾ ਸਵਾਗਤ ਹੈ। ਹੁਣ ਜੇ ਅਸੀਂ ਸੰਖੇਪ 'ਚ ਇਹਨਾਂ ਨੂੰ ਜਾਣਨਾ ਹੋਵੇ ਤੇ ਪਹਿਲਾ ਨਿਯਮ ਹੈ ਆਕਰਸ਼ਣ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਗੁਰਤਾ ਦੇ ਨਿਯਮ ਵਾਂਗ ਇਹ ਵੀ ਨਿਰਪੱਖ ਹੈ। ਦੂਸਰਾ, ਜਦੋਂ ਤੱਕ ਤੁਸੀਂ ਲਗਾਤਾਰ ਵਿਚਾਰ ਕਰਕੇ ਕਿਸੇ ਚੀਜ਼ ਨੂੰ ਤਲਬ ਨਾ ਕਰੋ ਉਦੋਂ ਤੱਕ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ 'ਚ ਨਹੀਂ ਆ ਸਕਦੀ। ਤੀਸਰਾ, ਤੁਸੀਂ ਕੀ ਸੋਚ ਰਹੇ ਹੋ ਇਹ ਜਾਣਨ ਲਈ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ। ਭਾਵਨਾਵਾਂ ਬਹੁਮੁੱਲੇ ਸਾਧਨ ਹਨ, ਉਹ ਤੁਰੰਤ ਸਾਨੂੰ ਦੱਸ ਦਿੰਦੀਆਂ ਹੈ ਕਿ ਅਸੀਂ ਕੀ ਸੋਚ ਰਹੇ ਹਾਂ। ਚੌਥਾ, ਮਾੜਾ ਮਹਿਸੂਸ ਕਰਨ ਵੇਲੇ ਚੰਗੇ ਵਿਚਾਰ ਰੱਖਣਾ ਅਸੰਭਵ ਹੈ। ਪੰਜਵਾਂ, ਤੁਹਾਡੇ ਵਿਚਾਰ ਤੁਹਾਡੀ ਫ੍ਰੀਕੁਐਂਸੀ ਤੈਅ ਕਰਦੇ ਹਨ ਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦਿੰਦੀਆਂ ਕਿ ਤੁਸੀਂ ਕਿਸ ਫ੍ਰੀਕੁਐਂਸੀ ਤੇ ਹੋ। ਜਦੋਂ ਤੁਸੀਂ ਬੁਰਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਬੁਰੀ ਚੀਜ਼ਾਂ ਆਕਰਸ਼ਿਤ ਕਰਨ ਦੀ ਫ੍ਰੀਕੁਐਂਸੀ ਤੇ ਹੁੰਦੇ ਹੋ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਤੁਸੀਂ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਛੇਵਾਂ, ਹਟਵੇਂ ਭਾਵ ਜਿਵੇਂ ਸੁਖਮਈ ਯਾਦਾਂ, ਸੁੰਦਰ ਪ੍ਰਾਕਿਰਤਿਕ ਦ੍ਰਿਸ਼ ਜਾਂ ਤੁਹਾਡਾ ਮਨਪਸੰਦ ਸੰਗੀਤ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੇ ਹਨ ਤੇ ਪਲ ਭਰ 'ਚ ਤੁਹਾਡੀ ਫ੍ਰੀਕੁਐਂਸੀ ਬਦਲ ਸਕਦੇ ਹਨ। ਸੱਤਵਾਂ, ਪ੍ਰੇਮ ਦਾ ਭਾਵ ਉਹ ਸਰਵਉੱਚ ਫ੍ਰੀਕੁਐਂਸੀ ਹੈ ਜਿਹਨੂੰ ਤੁਸੀਂ ਬ੍ਰਹਿਮੰਡ 'ਚ ਭੇਜ ਸਕਦੇ ਹੋ। ਤੁਸੀਂ ਜਿੰਨਾ ਜ਼ਿਆਦਾ ਪ੍ਰੇਮ ਮਹਿਸੂਸ ਤੇ ਸੰਚਾਰਿਤ ਕਰਦੇ ਹੋ ਤੁਹਾਡੀ ਸ਼ਕਤੀ ਉਨੀ ਹੀ ਜ਼ਿਆਦਾ ਹੁੰਦੀ ਹੈ। ਧੰਨਵਾਦ।